हाँ जी, प्यार भरी सत श्री अकाल जी साਰਿਆਂ ਨੂੰ। ਸਟਾਫ ਨਰਸ ਭਰਤੀ ਦੀ ਜੋ ਆਪਾਂ ਇੰਤਜ਼ਾਰ ਕਰ ਰਹੇ ਸੀ ਲੰਬੇ ਸਮੇਂ ਤੋਂ, ਤਾਂ 598 ਪੋਸਟਾਂ ਦਾ ਜੋ ਨੋਟੀਫਿਕੇਸ਼ਨ ਆ ਗਿਆ। ਤਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਯੋਗਤਾ, ਏਜ ਲਿਮਟ, ਤਨਖਾਹ ਕਿੰਨੀ ਹੈ, ਸਿਲੇਬਸ ਕੀ ਹੈ। ਚੱਲਦੇ ਹਾਂ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਦੇਖਦੇ ਹਾਂ। ਹਾਂਜੀ, ਤੇ ਇਹ ਇਹਨਾਂ ਦਾ ਜੋ ਨੋਟੀਫਿਕੇਸ਼ਨ ਤੁਸੀਂ ਦੇਖ ਲਓ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਪਰ ਨਵਾਂ ਭਰਤੀ ਸੈੱਲ ਦਾ। ਤਾਂ ਇਹ ਜੋ ਇਹਨਾਂ ਨੇ ਵਾਈਸ ਚਾਂਸਲਰ ਨੂੰ ਜੋ ਹੀ ਅਰਜੀ ਲਿਖੀ ਸੀ, ਇਹਦੇ 'ਚ ਦੇਖ ਲਓ ਤੁਸੀਂ, ਸਟਾਫ ਨਰਸ ਦੀਆਂ 598 ਪੋਸਟਾਂ ਸੰਬੰਧੀ ਹੈ। ਤਾਂ ਇਹਦੇ ਵਿੱਚ ਕੀ ਗਿਆ ਜੀ, 598 ਜੋ ਖਾਲੀ ਅਸਾਮੀਆਂ ਉਹਨੂੰ ਭਰਨ ਸੰਬੰਧੀ ਅਸਾਮੀਆਂ ਦਾ ਵੇਰਵਾ, ਭਰਤੀ ਦੇ ਕੈਟਾਗਰੀਆਂ ਕਿਹੜੀਆਂ ਹਨ, ਬੁਨਿਆਦੀ ਸ਼ਰਤਾਂ ਕੀ ਹਨ, ਨਿਯਮ ਕੀ ਹਨ। ਤਾਂ ਉਹ ਭੇਜ ਕੇ ਬੇਨਤੀ ਕੀਤੀ ਜਾਂਦੀ ਕਿ ਯੋਗ ਉਮੀਦਵਾਰਾਂ ਦਾ ਅਰਜ਼ੀਆਂ ਪ੍ਰਾਪਤ ਕਰਕੇ ਉਹਨਾਂ ਦਾ ਲਿਖਤੀ ਇਮਤਿਹਾਨ ਕਰਵਾ ਕੇ, ਕਾਉਂਸਲਿੰਗ ਕਰਵਾ ਕੇ, ਨਤੀਜਾ ਤਿਆਰ ਕਰਕੇ ਇਸ ਨੂੰ ਦਫ਼ਤਰ ਭੇਜਣ ਦੀ ਖੇਚਲ ਕੀਤੀ ਜਾਵੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਅੱਗੇ, ਇਹ ਜੋ 598 ਵੈਕੈਂਸੀਆਂ ਹਨ ਜੀ। ਅਤੇ ਇਹਦੇ ਵਿੱਚੋਂ ਜੋ ਜਰਨਲ ਕੈਟੇਗਰੀ ਦੀਆਂ ਹਨ 234 ਹਨ। ਐਸਸੀ ਜੋ ਹੀ ਮਜ਼੍ਹਬੀ ਔਰ ਬਾਲਮੀਕੀ ਦੀਆਂ ਹਨ 60 ਹਨ। ਐਸਸੀ ਜੋ ਬਾਕੀ ਹਨ ਅਦਰਸ ਦੀਆਂ 60 ਹਨ, ਉਹਨਾਂ ਦੀਆਂ ਵੀ। ਤੋਂ BC ਜੋ ਹਨ ਇਹਨਾਂ ਦੀਆਂ ਵੀ 60 ਹਨ। ESM ਐਕਸ ਸਰਵਿਸਮੈਨ ਜੋ ਹੁੰਦੇ ਨੇ ਜਰਨਲ, ਉਹਨਾਂ ਦੀਆਂ 42 ਹਨ। EWS ਜੀ ਇਕਨੋਮਿਕਲ ਵੀਕਰ ਸੈਕਸ਼ਨ ਜੋ ਹੁਣੇ ਜੇ ਨਵਾਂ ਬਣਿਆ, ਉਹਨਾਂ ਦੀਆਂ ਵੀ 59 ਹਨ। ਇਹਨਾਂ ਦਾ 10% ਹੁਣ ਕੋਟਾ ਹੁੰਦਾ ਜੀ, ਹਰੇਕ ਕੋਈ ਵੀ ਗੌਰਮੈਂਟ ਜੋਬ ਆਉਂਦੀ ਹੈ। EWS ਜੋ ਜੀ ਜਰਨਲ ਵਿੱਚ ਹੀ ਥੋੜ੍ਹੇ ਗਰੀਬ ਪਰਿਵਾਰ ਦੇ ਹੁੰਦੇ ਹਨ, ਉਹਨਾਂ ਲਈ ਹੁੰਦਾ ਜੀ। ਇਸ ਦਾ ਇੱਕ ਸਰਟੀਫਿਕੇਟ ਬਣਦਾ, ਉਹ ਤੁਸੀਂ ਬਣਵਾ ਲਿਓ ਜੇ ਇਹ ਕੈਟੇਗਰੀ 'ਚ ਅਪਲਾਈ ਕਰਨਾ। ਤਾਂ ਉਸ ਤੋਂ ਬਾਅਦ ਦੇਖੋ ਤੁਸੀਂ, ESM ਐਕਸ ਸਰਵਿਸਮੈਨ SC ਔਰ ਜੋ SC ਵਿੱਚੋਂ ਵੀ ਅੱਗੇ ਹੀ ਮਜ਼੍ਹਬੀ ਔਰ ਬਾਲਮੀਕੀ ਹਨ, ਉਹਨਾਂ ਵਿੱਚੋਂ 12 ਹਨ। ਅਤੇ ਐਕਸ ਸਰਵਿਸਮੈਨ ਜੋ SC ਅਦਰ ਹਨ, ਉਹਨਾਂ ਦੀਆਂ ਵੀ 12 ਹਨ। ਐਕਸ ਸਰਵਿਸਮੈਨ ਜੋ BC ਹਨ, ਉਹਨਾਂ ਦੀਆਂ ਵੀ 12 ਹਨ ਜੀ। ਉਸ ਤੋਂ ਬਾਅਦ ਜੋ ਜੀ ਸਪੋਰਟਸਮੈਨ ਜੋ ਜਰਨਲ ਹਨ, ਉਹਨਾਂ ਦੀਆਂ ਕਿੰਨੀਆਂ ਹਨ, 11 ਹਨ ਜੀ। ਸਪੋਰਟਸਮੈਨ ਜੋ ਜੀ SC ਔਰ ਮਜ਼੍ਹਬੀ ਹਨ, ਬਾਲਮੀਕੀ ਔਰ ਮਤਲਬ ਮਜ਼੍ਹਬੀ ਹਨ, ਉਹਨਾਂ ਦੀ 3 ਹਨ ਜੀ। ਸਪੋਰਟਸ ਜੋ ਹਨ ਜੀ SC ਅਦਰ ਜੋ, ਉਹਨਾਂ ਦੀਆਂ ਵੀ 3 ਹਨ। ਹੈਂਡੀਕੈਪਡ ਦੀਆਂ ਵੀ ਇਹਦੇ 24 ਪੋਸਟਾਂ ਨੇ ਜੀ। ਤਾਂ ਫਰੀਡਮ ਫਾਈਟਰ ਦੀਆਂ ਇਹਦੇ ਵਿੱਚ ਕਿੰਨੀਆਂ ਹਨ, 6। ਤਾਂ ਇਹ ਜੋ ਜੀ ਜੋ ਇਹ ਕੈਟੇਗਰੀ ਹਨ, ਜੋ ਹੈਂਡੀਕੈਪ ਹੋ ਗਿਆ, ਸਪੋਰਟਸ ਵਾਲਾ ਹੋ ਗਿਆ, ਤਾਂ ਇਹਨਾਂ ਦੀ ਇਹ ਮੈਰਿਟ ਹੈ ਘੱਟ ਜਾਂਦੀ ਹੈ। ਤਾਂ ਇਸ ਲਈ ਅਗਰ ਤੁਹਾਡੇ ਕੋਲ ਸਪੋਰਟਸ ਵਾਲਾ ਸਰਟੀਫਿਕੇਟ, ਅਗਰ ਤੁਸੀਂ ਉਹ ਐਲੀਜੀਬਿਲਟੀ ਪੂਰੀ ਕਰਦੇ ਹੋ ਤਾਂ ਉਸ ਵਿੱਚ ਕੈਟੇਗਰੀ 'ਚ ਭਰ ਦਿਓ। ਹੈਂਡੀਕੈਪ ਅਗਰ ਕੋਈ ਹੈ ਤਾਂ ਉਹ ਹੈਂਡੀਕੈਪ ਕੈਟੇਗਰੀ 'ਚ ਭਰ ਦੇਵੇ। ਟੋਟਲ ਜੋ ਜੀ 598 ਜੋ ਪੋਸਟ ਹਨ। ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਇਹਨਾਂ ਨੇ ਮੰਗੀ ਹੈ। ਤਾਂ ਕੁਆਲੀਫਿਕੇਸ਼ਨ 'ਚ ਕੀ ਹੈ ਜੀ, ਪਹਿਲਾਂ ਤਾਂ ਸੀਨੀਅਰ ਸੈਕੰਡਰੀ ਜੋ +2 ਹੈ ਉਹ ਪਾਸ ਤੁਹਾਡੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੀ ਹੈ ਜੀ, ਜੋ ਡਿਪਲੋਮਾ ਤੁਸੀਂ ਕੀਤਾ ਹੋਵੇ ਜਰਨਲ ਨਰਸਿੰਗ 'ਚ, ਜਿਸ ਨੂੰ ਆਪਾਂ GNM ਕਹਿੰਦੇ ਹਾਂ, ਮਿਡਵਾਈਫਰੀ ਵੀ ਇਸ ਨੂੰ ਕਹਿ ਦਿੰਦੇ ਨੇ, ਉਹਦੇ ਵਿੱਚ ਤੁਸੀਂ। ਅਤੇ ਜਾਂ ਜੋ ਹੈ ਜੀ ਇੱਕ ਲਾਸਟ 'ਤੇ ਕੀ ਹੈ ਜੀ, ਤੁਸੀਂ ਰਜਿਸਟਰ ਹੋਣੇ ਚਾਹੀਦੇ ਹੋ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਜੋ ਬਣੀ ਹੋਈ ਹੈ। ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵਿੱਚ ਤੁਸੀਂ ਰਜਿਸਟਰ ਹੋਣੇ ਚਾਹੀਦੇ ਹੋ। ਤੁਹਾਡੇ ਕੋਲ ਇੱਕ ਰਜਿਸਟ੍ਰੇਸ਼ਨ ਨੰਬਰ ਹੋਣਾ ਚਾਹੀਦਾ ਜੀ। ਅਤੇ ਜੋ ਜੀ ਤੁਸੀਂ 10ਵੀਂ 'ਚ ਮੈਟ੍ਰਿਕ ਵਿੱਚ ਪੰਜਾਬੀ ਪਾਸ ਕੀਤੀ ਹੋਵੇ, 10ਵੀਂ ਪੱਧਰ 'ਤੇ ਪੰਜਾਬੀ ਲੈਂਗੁਏਜ ਤੁਹਾਨੂੰ ਆਉਂਦੀ ਹੋਵੇ। ਤਾਂ ਉਸ ਤੋਂ ਬਾਅਦ ਜੀ ਜੋ ਇਹਦੇ ਵਿੱਚ ਏਜ ਹੈ ਉਹ ਦੇਖ ਲਓ ਤੁਸੀਂ, ਏਜ 1 ਜਨਵਰੀ 2020 ਤੋਂ ਦੇ ਹਿਸਾਬ ਨਾਲ 18 ਤੋਂ ਲੈ ਕੇ 37 ਸਾਲ ਤੱਕ ਹੋਣੀ ਚਾਹੀਦੀ ਜਰਨਲ ਲਈ। ਉਸ ਤੋਂ ਬਾਅਦ ਜੋ ਹੈ ਜੀ 45 ਸਾਲ ਦੀ ਹੁੰਦੀ ਉਹਨਾਂ ਦੀ ਜੋ ਪੰਜਾਬ ਗੌਰਮੈਂਟ ਵਿੱਚ ਪਹਿਲਾਂ ਹੀ ਇੰਪਲੋਈ ਹਨ। ਤਾਂ ਅਪਰ ਏਜ ਜੋ ਜੀ 5 ਸਾਲ ਦਾ ਐਕਸਟੈਂਸ਼ਨ ਮਿਲ ਜਾਂਦਾ SC ਨੂੰ ਔਰ BC ਨੂੰ। ਔਰ ਜੋ ਐਕਸ ਸਰਵਿਸਮੈਨ ਹੈ ਜੀ ਉਹਨਾਂ ਨੂੰ ਵੀ ਮਿਲ ਜਾਂਦਾ ਹੈ। ਉਸ ਤੋਂ ਬਾਅਦ ਨੈਸ਼ਨੈਲਿਟੀ ਤਾਂ ਤੁਹਾਨੂੰ ਪਤਾ ਹੀ, ਇੰਡੀਅਨ ਦਾ ਸਿਟੀਜ਼ਨ ਹੋਣਾ ਚਾਹੀਦਾ। ਨੇਪਾਲ ਔਰ ਭੂਟਾਨ ਦਾ ਸਬਜੈਕਟ ਹੋਵੇ, ਤਾਂ ਦੂਸਰੀਆਂ ਗੱਲਾਂ ਨਹੀਂ ਹੋਰ। ਤਾਂ ਇਸ ਤੋਂ ਇਲਾਵਾ ਹੋਰ ਜੋ ਇੱਥੇ ਮੰਥਲੀ ਜੋ ਤੁਹਾਡੇ ਇਨਰੋਲਮੈਂਟ ਜਾਂ ਪੇਮੈਂਟ ਦੱਸੀ ਗਈ ਹੈ। ਤਾਂ ਇਹਦੇ ਵਿੱਚ ਕੀ ਹੈ, ਪੇਮੈਂਟ ਜੋ ਹੈ ਜੀ ਇਹ ਪ੍ਰਮੋਸ਼ਨ ਪੀਰੀਅਡ ਹੋਵੇਗਾ 3 ਸਾਲ ਦਾ। ਤੁਹਾਨੂੰ ਪਤਾ ਹੀ ਪੰਜਾਬ 'ਚ ਕੋਈ ਵੀ ਤੁਸੀਂ ਗੌਰਮੈਂਟ ਜੋਬ ਲੱਗਦੇ ਹੋ ਤਾਂ 3 ਸਾਲ ਦਾ ਪ੍ਰਮੋਸ਼ਨ ਪੀਰੀਅਡ ਹੁੰਦਾ ਹੈ। ਅਤੇ ਇਹਦੇ ਵਿੱਚ ਕੀ ਹੈ, ਤੁਹਾਨੂੰ ਜੋ ਮਿਨੀਮਮ ਵੇਜ ਹੁੰਦਾ ਜੀ ਪ੍ਰਮੋਸ਼ਨ ਪੀਰੀਅਡ 'ਤੇ ਉਹੀ ਮਿਲੇਗਾ, ਮਿਨੀਮਮ ਆਫ ਪੇ। ਤਾਂ ਉਹਦੇ ਵਿੱਚ ਤੁਹਾਨੂੰ ਗ੍ਰੇਡ ਪੇ ਨਹੀਂ ਮਿਲੇਗਾ, ਇੰਕਰੀਮੈਂਟ ਵੀ ਨਹੀਂ ਮਿਲੇਗਾ। ਤਾਂ ਇਹਦੇ ਵਿੱਚ ਤੁਸੀਂ ਹਿਸਾਬ ਲਾ ਲਓ, ਤੁਹਾਨੂੰ ਸ਼ਾਇਦ 10,300 ਹੀ ਪੇ ਮਿਲੇਗਾ, ਜੋ ਪੰਜਾਬ ਸਰਕਾਰ ਦੀਆਂ ਚੱਲਦਾ ਹੈ। 10,300, 12,000 ਤੁਹਾਡੀ ਪਹਿਲੀ ਸੈਲਰੀ ਹੋਵੇਗੀ 2-3 ਸਾਲ ਤੱਕ। ਤਾਂ ਇਸ ਤੋਂ ਇਲਾਵਾ ਜੋ ਹੈ ਜੀ, ਅਗਰ ਸੈਲਰੀ ਬਾਰੇ ਹੋਰ ਕੋਈ ਦੱਸਿਆ ਤੁਹਾਨੂੰ ਮੈਂ ਦੱਸ ਦੇਵਾਂਗਾ। ਇਸ ਤੋਂ ਬਾਅਦ ਹੋਰ ਕੁਛ ਇਹਦੇ ਵਿੱਚ ਜੋ ਮੇਨ ਕੋਈ ਸਪੋਰਟਸਮੈਨ ਵਾਲਾ ਹੈ ਤਾਂ ਉਹ ਸਪੋਰਟਸ ਵਾਲੀ ਕੈਟੇਗਰੀ 'ਚ ਭਰ ਸਕਦਾ ਜੀ। ਐਕਸ ਸਰਵਿਸਮੈਨ ਵਾਲਾ ਐਕਸ ਸਰਵਿਸਮੈਨ ਦੀ ਕੈਟੇਗਰੀ 'ਚ ਭਰ ਸਕਦਾ। ਉਸ ਤੋਂ ਬਾਅਦ ਆਪਾਂ ਨੀਚੇ ਹੋਰ ਚੱਲਦੇ ਹਾਂ। ਹੁਣ ਇਹ ਦੇਖੋ ਜੀ, ਜੋ ਸਨ, ਡਾਟਰ,
सन डॉटर ग्रैंड सन जो भी होंदे हैं फ्रीडम फाइटर दे, तो वो इस कैटेगरी च भर सकते हैं। इन्हां दी भी 6 पोस्टां न। अगर तुहाडा कोई भी तुहाडे कोल दादा जां तुहाडा पिता कोई फ्रीडम फाइटर है तो तुसीं इस कैटेगरी विच भी अपना भर सकते हो जी। फ्रीडम फाइटर का तुहाडे कोल जो है एक सर्टिफिकेट मिलता वो होना चाहिए है तुहाडे जो पापा दे दादे नाँ ते, जिसनों तामरा पत्रा भी कहा जाता जी। तो उस तो बाद की है एक्स सर्विसमैन वाले जो जी तुहानूं पता आर्मी तो या नेवी तो या मिलटरी एयरफोर्स तो रिटायर होंदे हैं, तो वो एक्स सर्विसमैन वाली कैटेगरी च भर सकते हैं। एक ये होंदा जी नवां कंसैप्ट तुसीं देख लो, लीनियल डिसेंडेंट ऑफ एक्स सर्विसमैन। अगर एक्स सर्विसमैन विच जी अगर कोटा पूरा नहीं होंदा, एक्स सर्विसमैन पूरे नहीं पहुँचते जिवें 42 है, तो फिर इहदे विच ए वाले भी रख सकते हैं। इन्हां विच कौन जी जो एक्स सर्विसमैन दे अगों चाइल्ड होंदे हैं, देख लो तुसीं चाइल्ड हो सकते हैं, वाइफ हो सकते हैं, जिन्हां दे जो पति हैं वो आर्मी विच एक्स सर्विसमैन के तौर पर रिटायर होए हैं, तो वह भी भर सकते, उन्हां दी वाइफ और जां उन्हां दे चाइल्ड भी भर सकते हैं। स्पोर्ट्स परसन च तुसीं देख लो पंजाब दा होवे ते नैशनल चैंपीयनशिप च उन्हें हिस्सा लिया होवे, इंडिविजुअल इवेंट विच नैशनल चैंपीयनशिप विच उन्हें जां इंडियन ओलंपिक एसोसीएशन ने जो करवाई होवे उहदे विच जो ही हिस्सा लिया होवे, वोन जित्तिया होवे, तां ये स्पोर्ट्समैन है जी। तो फिजिकल हैंडीकैप का सर्टिफिकेट होना चाहिए, तुहानूं पता ही है फिजिकल हैंडीकैप वाले वो इस कैटेगरी च भर सकते हैं। बस इस तो बाद कोई इन्हां ने कोई खास है नहीं, ना ही इन्हां ने कोई सिलेबस दस्सिया और ना ही कुछ होर दस्सिया है पेपर किस तरह का होवेगा। तो तुहानूं मैं दस ही दिना जी जो बाकी पोस्टां सी उन्हां विच 90 नंबर का पेपर सी, तो इहदे विच भी पूरे चांस नहीं 90 नंबर का पेपर होवेगा, और 10 नंबर का जो तुहाडे एक्सपीरियंस के नंबर है, जिवें 1 साल का तुहानूं एक्सपीरियंस तो 1 नंबर, तो उस तरह के पैटर्न इस विच होवेगा। अजे तक कराया नहीं, जो आ गया तुहानूं दस दिता जाएगा। तो जो सिलेबस है वो भी तुहानूं मैं दस ही देना, जो सिलेबस तुहाडा जो तुहाडा अपना सिलेबस हुंदा GNM का, तो उस विच क्वेश्चन आउणगे। जो पहलां भी पोस्टां ने उन्हां दा भी सिलेबस विच क्वेश्चन आए हैं, जो EC टैक्नीशियन हो गया, लैबोरेटरी टैक्नीशियन हो गया, जां फिर जो ऑपरेशन थिएटर वाला भी सी जां रेडियोग्राफर सी, तो उस तरह ही तुसीं अपने GNM के जो सबजैक्ट से उसनूं पूरी तरह तैयार रखिओ, जो भी तुसीं अपनी स्टडी की है GNM की। तो इस तो इलावा होर कोई नहीं है, बस ही थैंक यू, थैंक्स फॉर वाचिंग। चैनल नूं सबसक्राइब कर लो, अगे होर भी जो तुहानूं इन्फॉर्मेशन इस संबंधी आएगी तुहानूं दस दी जाएगी, और तुहानूं स्टडी भी करवा दी जाएगी इस संबंधी। थैंक यू, थैंक्स फॉर वाचिंग।